ਤੇ ਸੰਦ ਲਫ਼ਜ਼ ਵੇਖੋ ਨਾ। ਹਾਂ ਸੰਦ ਔਜ਼ਾਰ ਨੂੰ ਆਖਦੇ ਸਨ ਪੰਜਾਬੀ ਚ। ਹਾਂ ਸੰਦ। ਕੋਈ ਟੂਲ ਹੋਣਾ, ਕੋਈ ਅੱਛਾ ਔਜ਼ਾਰ ਹੁਣ ਅੱਜ ਕੱਲ ਦੀ ਕੌਮ ਨੂੰ ਸੰਦ ਲਫ਼ਜ਼ ਦਾ ਸੰਦ ਲਫ਼ਜ਼ ਦਾ ਪਤਾ ਹੀ ਨਹੀਂ ਕਿ ਪਤਾ ਸੰਦ ਹੀ ਨਹੀਂ ਕੀ ਹੈ। ਸੰਦ ਵੀ ਕਿਹਨੂੰ ਆਖੀਦੇ। ਬਿਲਕੁਲ। ਮੈਂ ਕਹਿੰਦਾ ਇਹ ਕਿ ਸਾਡੀ ਪੰਜਾਬੀ ਬਹੁਤ ਔਖੀ ਹੁੰਦੀ ਸੀ ਤੇ ਉਹ ਨਿਯਮ ਨਹੀਂ ਬਣਾਉਂਦਾ। ਮੈਂ 13 ਸਾਲ ਆਪਣੇ ਪਿਓ ਕੋਲੋਂ ਪੰਜਾਬੀ ਪੜ੍ਹੀ। ਉਹ ਲਫ਼ਜ਼ ਨਹੀਂ ਕਿ ਮੈਂ ਯਾਰ ਇਸ ਕੰਮ ਦੀ ਵੇਤਰ ਕਰਨ ਵਾਸਤੇ ਬੜੇ ਵੱਤਰ ਲਾਏ। ਵੇਤਰ ਵਤਰ ਮਣੇ ਬੜੇ ਜਫਰ ਜਾਲੇ ਜਫਰ ਜਾਲੇ ਵੇਖੋ ਨਾ ਇਹ ਵੀ ਪੰਜਾਬੀ ਹੈ। ਫੇਰ ਪੰਜਾਬੀ ਬੜੇ ਜਫਰ ਜਾਲੇ। ਜਫਰ ਜਾਲੇ ਹਾਂਜੀ ਹਾਂਜੀ। ਤੇ ਅੱਜ ਦੀ ਕੌਮ ਨੂੰ ਕਿੱਥੇ ਪਤਾ ਲੱਗਣਾ ਵੀ ਸਾਡੀ ਪੰਜਾਬੀ ਕੀ ਹੈ। ਪੰਜਾਬੀ ਕੀ ਅਸੀਂ ਕਿੰਨਾਂ ਲੋਕਾਂ ਦੀ ਔਲਾਦ ਆ। ਬੋਲਣ ਨਹੀਂ ਜਾਣਿਆਂ ਨੂੰ ਤੇ ਉਹਨੂੰ ਦੱਬਾ ਮਾਰਦੇ। ਵੇਖ ਨਾ ਇਹ ਵੀ ਤੇ ਸਾਡੀ ਕਮਜ਼ੋਰੀ ਹੈ ਨਾ ਜੀ ਕਿ ਅਸੀਂ ਆਪਣਾ ਕਲਚਰ ਆਪਣੀ ਜ਼ਬਾਨ ਉਹਦੀ ਹਿਫਾਜ਼ਤ ਨਹੀਂ ਕਰ ਸਕੇ। ਉਲਟਾ ਉਹਦੇ ਤੇ ਜ਼ਾਬ ਬਣ ਕੇ ਬਰਸੇ ਹੈ। ਬਿਲਕੁਲ ਬਿਲਕੁਲ। ਉਹ ਵੇਖੋ ਤੁਹਾਡਾ ਬੇੜਾ ਗਰਕ ਸਾਨੂੰ ਉਰਦੂ ਨਾਮ ਹੀ ਨਾ ਆਉਂਦਾ ਹੋਏ ਤੇ ਬੱਚਿਆਂ ਨਾਲ ਅਸੀਂ ਉਰਦੂ ਬੋਲਨੇ। ਹਾਂ ਕੋਸ਼ਿਸ਼ ਕਰਨੀ ਉਰਦੂ ਕੋਸ਼ਿਸ਼ ਕਰਨੇ ਆ ਕਿ ਪੰਜਾਬੀ ਦਾ ਤੀਲਾ ਨਾ ਰਵੇ ਸਾਡੇ ਘਰ ਵਿੱਚ, ਪੰਜਾਬੀ ਦਾ ਨਾਂ ਨਾ ਰਵੇ। ਹਾਲਾਂਕਿ ਚਾਹੀਦਾ ਕਿ ਪੰਜਾਬੀ ਨੂੰ ਅਪਣਾਉਣਾ, ਪੰਜਾਬੀ ਨੂੰ ਪ੍ਰਮੋਟ ਕਰਨਾ। ਬਿਲਕੁਲ। ਅਸਲ ਦੀ ਕੌਮਾਂ ਉਹੀ ਬਚਦੀਆਂ ਨੇ, ਜ਼ਬਾਨਾਂ ਉਹੀ ਬਚਦੀਆਂ ਨੇ, ਕਲਚਰ ਉਹੀ ਬਚਦੇ ਨੇ ਜਿਹਦੀ ਹਿਫਾਜ਼ਤ ਕੀਤੀ ਜਾਏ। ਨਾਲੇ ਪੰਜਾਬੀ ਜ਼ਬਾਨ ਸਾਡਾ ਆਪਣਾ ਆਪ ਹੈ। ਹਾਂਜੀ ਆ ਜਿਹਨੇ ਆਪਣਾ ਛੱਡ ਜਿਵੇਂ ਮੇਰੇ ਵਜੂਦ ਨਾਲ ਅੱਖੇ, ਹਾਂ। ਨਾਕੇ, ਮੂੰਹ ਵਿੱਚ ਜਿਸਮ ਹੈ, ਲਿਬਾਸ ਹੈ ਸਾਡਾ ਪੰਜਾਬ ਦਾ ਇੱਕ ਆਪਣਾ। ਹਾਂਜੀ ਸਾਡਾ ਰਹਿਣ ਸਹਿਣ ਹੈ, ਜ਼ੁਬਾਨ ਉਹ ਉਸ ਤਰ੍ਹਾਂ ਹੀ ਅਹਿਮ ਚੀਜ਼ ਹੈ ਸਾਡੀ। ਜਿਹੜਾ ਕਲਚਰ ਭੁੱਲ ਗਿਆ ਉਹ ਕੌਮਾਂ ਖਤਮ ਹੋ ਗਈਆਂ ਨੇ। ਬਿਲਕੁਲ। ਕੌਮਾਂ ਖਤਮ ਹੋ ਗਈਆਂ ਨੇ। ਖੁਦਾਰਾ ਪੰਜਾਬੀ ਨੂੰ ਇਸ ਤਰ੍ਹਾਂ ਖਤਮ ਨਾ ਕਰੋ, ਇਸ ਤਰ੍ਹਾਂ ਜ਼ੁਲਮ ਨਾ ਕਰੋ ਪੰਜਾਬੀ ਨੂੰ। ਜਾਓ ਚੜ੍ਹਦੇ ਪੰਜਾਬ ਵਾਲੇ ਨੇ ਹਾਂਜੀ ਉਹ ਬੜੇ ਬੜੇ ਪੈਸੇ ਖਰਚਦੇ ਨੇ ਇਸ ਚੀਜ਼ ਤੇ। ਉਹਨਾਂ ਬੜਾ ਕੰਮ ਕੀਤਾ ਪੰਜਾਬੀ ਨੂੰ ਬਾਹਰ ਰੱਖਣ ਵਾਸਤੇ। ਹਾਂਜੀ ਹਾਲਾਂਕਿ ਉਹ ਲੋਕ ਬੜੇ ਬਾਹਰ ਕੰਡਾ ਕੁੰਡਾ ਇਹ ਉਹ ਕੰਡਾ ਉਹਨਾਂ ਨੇ ਇੱਕ ਫਿਰ ਵੀ ਉੱਥੇ ਵੀ ਉਹਨਾਂ ਜਨਾਬ ਪੰਜਾਬ ਦਾ ਜਾਨ ਵਸਾ ਕੇ ਰੱਖਿਆ ਹਰ ਜਗ੍ਹਾ ਜਿੱਥੇ ਜਿੱਥੇ ਗਏ। ਉਹ ਫਿਲਮਾਂ ਵਿੱਚ, ਉਹ ਡਰਾਮਿਆਂ ਵਿੱਚ। ਅੱਛਾ ਜੀ, ਉਹਨਾਂ ਸਰਦਾਰਾਂ ਦਾ, ਉਹਨਾਂ ਪੰਜਾਬੀਆਂ ਭਾਈਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਪੰਜਾਬੀ ਦੇ ਉੱਤੇ ਕੰਮ ਕਰ ਰਹੇ ਨੇ। ਅਸੀਂ ਬੜੇ ਬੜੇ ਸ਼ੁਕਰਗੁਜ਼ਾਰ ਆ ਉਹਨਾਂ ਦੇ। ਸਾਡਾ ਤੇ ਆਪ ਹੀ ਖੁਦ ਬੇੜਾ ਕਰ ਕਰਦੇ ਨੇ। ਅੱਲਾ ਇਹਨਾਂ ਨੂੰ ਹਦਾਇਤ ਦੇਵੇ ਇਹਨਾਂ ਵਿੱਚੋਂ ਕੋਈ ਉੱਠੇ ਪੰਜਾਬੀ ਬਾਹਰ ਰੱਖਣ। ਆਮੀਨ। ਹਾਂ ਮੈਂ ਕਹਿੰਦਾ ਕਿ ਮਾਂ ਦੀ ਗੋਦ ਦੀ ਇੱਕ ਬੱਚੇ ਨੂੰ ਵੇਖੋ ਤੁਸੀਂ ਜੀ ਕਿ ਸ਼ੇਰ ਆਇਆ ਹੋਵੇ ਜੀ ਤੋ ਆਣ ਕੇ ਤੇ ਬੱਚਾ ਡਰ ਕੇ ਤੇ ਮਾਂ ਦੀ ਗੋਦ ਵਿੱਚ ਜਦੋਂ ਆ ਜਾਂਦਾ ਨਾ ਜੀ ਤਾਂ ਉਹ ਸਮਝਦਾ ਕਿ ਹਾਲਾਂਕਿ ਮਾਂ ਵੀ ਸ਼ੇਰ ਨੂੰ ਕੱਖ ਨਹੀਂ ਕਰ ਸਕਦੀ। ਹਾਂ ਮਾਂ ਦਾ ਤੇ ਮਾਂ ਨੇ ਸ਼ੇਰ ਨੂੰ ਕੀ ਹਾਲ ਲੈਣਾ ਜੀ। ਹਾਂ ਲੇਕਿਨ ਬੱਚਾ ਮੁਤਮਿਨ ਹੋ ਜਾਂਦਾ ਕਿ ਹੁਣ ਮੈਨੂੰ ਕੋਈ ਡਰ ਨਹੀਂ। ਹਾਂ ਮਾਂ ਮੇਰੀ ਕੋਲ ਮੈਨੂੰ ਖੈਰ। ਉਹ ਮਾਂ ਦੀ ਝੋਲੀ ਜਾਣ ਕੇ ਨਾ ਬਿਲਕੁਲ ਮੁਤਮਿਨ ਹੋ ਜਾਂਦਾ, ਉਹ ਰਿਲੈਕਸ ਹੋ ਜਾਂਦਾ ਬਿਲਕੁਲ ਕਿ ਹੁਣ ਮੈਨੂੰ ਕੋਈ ਪਰਵਾਹ ਨਹੀਂ। ਬਿਲਕੁਲ। ਤੇ ਆ ਦੂਸਰਾ ਕੋਈ ਚਪੇੜ ਮਾਰੇ ਨਾ ਜਨਾਬ ਤੇ ਬੱਚਾ ਉਹਨੂੰ ਉਹ 15 ਦਿਨ ਉਹਦੇ ਸਿੱਧੇ ਮੂੰਹ ਤੱਕਦਾ ਨਹੀਂ ਬਿਲਕੁਲ। ਤੇ ਮਾਂ ਚਪੇੜ ਵੀ ਮਾਰੇ ਫਿਰ ਦੌੜ ਕੇ ਨਹੀਂ ਉਹਨੂੰ ਹੀ ਜੱਫਾ ਮਾਰਦਾ ਪਰਤ ਕੇ ਰੋ ਕੇ ਨਾ ਤੇ ਫਿਰ ਉਹਦੀ ਲੱਤਾਂ ਨੂੰ ਜੱਫਾ ਮਾਰਦਾ। ਡੜਿਆ ਕੇ ਚੀਖ ਮਾਰ ਕੇ ਤੇ ਜਾ ਕੇ ਫਿਰ ਉਹਨੂੰ ਜੱਫਾ ਮਾਰ ਤਾਂ ਫਿਰ ਤੁਸੀਂ ਕੁਝ ਕੇ ਭਰ ਕੇ ਹੋ ਕੇ ਭਰ ਕੇ ਨਾ ਤੇ ਫਿਰ ਗਿਲਾ ਵੀ ਕਰਨਾ ਵੀ ਤੂੰ ਮੈਨੂੰ ਮਾਰਿਆ। ਤੇ ਮਾਂ ਦੇ ਵੀ ਸੀਨੇ ਚ ਵਾਈ ਜਿਹੜੀ ਉਹ ਯਕੀਲ ਹੁੰਦਾ ਨਾ ਮਾਂ ਦੇ ਵੀ ਉਹ ਅਸੀਂ ਮੈਂ ਵੀ ਇੱਕ ਦਿਨ ਪੋਤਰੀ ਨੂੰ ਮੈਂ ਚਪੇੜ ਮਾਰ ਬੈਠਾ। ਅੱਲਾ ਦੀ ਕਸਮ ਸਾਰੀ ਰਾਤ ਮੈਨੂੰ ਨੀਂਦਰ ਨਹੀਂ ਪਈ ਕਿ ਐਸਾ ਰੋਈ ਸੀ, ਐਸਾ ਉਹਨੇ ਹੱਥ ਰੱਖਿਆ ਸੀ ਉੱਥੇ ਜਿੱਥੇ ਮੈਂ ਚਪੇੜ ਮਾਰੀ ਸੀ ਮੂੰਹ ਤੇ। ਆ ਬੱਚਾ ਜਦੋਂ ਹੋ ਕੇ ਭਰ ਕੇ ਤੇ ਫਿਰ ਨਾਲ ਲੱਗ ਗਿਲਾ ਕਰਦਾ। ਓਏ ਹੋਏ ਹੋਏ ਅੱਲਾ ਦੀ ਕਸਮ ਕਰਦਾ ਤੇ ਮਾਂ ਦੇ ਵੀ ਖਾਣੇ ਹੋ ਜਾਂਦੀ ਹੈ। ਜਦੋਂ ਮੈਨੂੰ ਯਾਦ ਆਉਂਦਾ ਸੀ ਨਾ ਤੇਰੀ ਮਾਂ ਮਰ ਜੇ। ਹਾਏ 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 ਮੂੰਹ ਮੱਥਾ ਚੁੰਮਦੀ ਏ ਤੇ ਉਹਦਾ ਵਿਚਾਰ ਦਾ ਗਿਲਾ ਖਤਮ ਹੋ ਜਾਂਦਾ ਹੈ। ਹਾਂਜੀ ਲੇਕਿਨ ਮਾਂ ਨੂੰ ਯਾਦ ਰਹਿੰਦਾ ਮੈਂ ਕਿਉਂ ਇੰਝ ਕੀਤਾ, ਮੈਂ ਨਹੀਂ ਕਿਉਂ ਕੀਤਾ। ਮਾਂ ਬਹੁਤ ਵੱਡੀ ਚੀਜ਼ ਹੈ, ਮਾਂ ਬਹੁਤ ਵੱਡੀ। ਅੱਛਾ ਵੇਖ ਲਓ ਤੁਸੀਂ ਆ ਹੁਣ ਉਹ ਨਿਕਲੇ ਨੇ ਉਦਾਰੋ ਲੂਮ ਨਿਕਲੇ ਨੇ ਜੀ ਉੱਥੇ ਲੋਕ ਛੱਡ ਆਉਂਦੇ ਨੇ ਹਾਂ ਤੇ ਬੜੇ ਬੜੇ ਅਮੀਰ ਲੋਕ ਖਾਣਾ ਖਰਾਬ ਹੋਇਆ ਪਿਆ। ਹਾਂਜੀ ਹਾਂਜੀ ਉਹ ਆਪਣੇ ਜਾਂ ਜਿਹੜਾ ਬੜਾ ਵੱਡਾ ਕੰਮ ਕਰੇਗਾ ਲੋਕਾਂ ਬੰਦੇ ਰੱਖੇ ਨੇ, ਬੁੜੀਆਂ ਰੱਖੀਆਂ ਨੇ, ਉਹਨਾਂ ਨੌਕਰਾਣੀਆਂ ਨੌਕਰ ਮੁਲਾਜ਼ਮ ਰੱਖੇ ਨੇ ਕਿ ਇਹਦੀ ਜੋ ਖਿਦਮਤ ਕਰ। ਉਹ ਤੇਰਾ ਬੇੜਾ ਗਰਕ। ਕਦੀ ਮਾਂ ਨੇ ਵੀ ਆਖਿਆ ਸੀ ਕਿ ਜਦੋਂ ਤੂੰ ਪਿਛਾ ਟੱਟੀ ਕੀਤੀ ਹੋਵੇ ਤਾਂ ਉਹਨੇ ਵੀ ਕਦੀ ਨੱਕ ਤੇ ਹੱਥ ਰੱਖ ਕੇ ਤੇਰੀ ਟੱਟੀ ਸਾਫ਼ ਕੀਤੀ ਜਾਂ ਤੇਰਾ ਪੈਂਪਰ ਕਦੀ ਉਹਨੂੰ ਵੀ ਬੋ ਆਈ ਸੀ। ਅੱਜ ਤੈਨੂੰ ਉਹਦੇ ਕੋਲ ਬੋ ਆਉਂਦੀ ਹੈ, ਤੇਰੀ ਸੁਸਾਇਟੀ ਖਰਾਬ ਹੁੰਦੀ ਹੈ, ਤੇਰੇ ਮਹਿਮਾਨਾਂ ਨੂੰ ਚੰਗੀ ਨਹੀਂ ਲੱਗਦੀ। ਅੱਛਾ ਉਹ ਵੀ ਬੰਦੇ ਹੈ ਜੇ ਅੱਜ ਵੀ ਟਾਵੇਂ ਟਾਵੇਂ ਕਿਤਲੇ ਕਿ ਜਿਹੜੇ ਜ਼ੈਫਲ ਉਮਰ ਵਾਲਦਿਆਂ ਨੂੰ ਜਿਹੜੇ ਇੰਤਹਾਈ ਕਮਜ਼ੋਰ ਹੋ ਜਾਂਦੇ ਨੇ ਉਹਨਾਂ ਦਾ ਟੱਟੀ ਪਿਸ਼ਾਬ ਜਿਹੜਾ ਨਾ ਉਹ ਸਾਂਭਦੇ ਤੇ ਬਿਲਾ ਝਿਜਕ ਤੇ ਪੜ੍ਹੇ ਲਿਖੇ ਹੋ ਕੇ
ਨਾ ਉਹ ਤੇ ਜੰਨਤ ਖੱਟ ਦਿੰਦਾ ਜੀ, ਉਹ ਤਾਂ ਹੱਕ ਅਦਾ ਕਰਦੇ ਨੇ, ਲਿਖੇ ਹੋ ਕੇ ਉਹ ਤੋਂ ਔਲਾਦ ਹੱਕ ਉਹ ਸਮਝਦੇ ਨੇ ਸਾਨੂੰ ਮੌਕਾ ਮਿਲਿਆ ਕਮਾਈ ਦਾ, ਅਸੀਂ ਕਿਉਂ ਨਾ ਕਰੀਏ। ਉਹ ਤੋਂ ਔਲਾਦ ਹੁੰਦਾ ਆ ਲੱਗੇ ਉਹ ਵਿਆਹ ਉਹ ਨਹੀਂ ਆਪਣਾ ਤਾਂ ਕੀ ਉਹਦਾ ਨਾਂ, ਉਹ ਜਿਹੜਾ ਨਵਾਂ ਮੁੰਡਾ ਦੀਲ ਸਾਹਿਲ ਦੀਲ ਸਾਹਿਲ ਅਦੀਮ ਸਾਹਿਲ ਦੀਮ, ਹਾਂ ਉਹ ਜਿਹੜਾ ਨਵਾਂ ਮੁੰਡਾ ਉਹ ਨਹੀਂ ਪਤਾ ਸੀ ਉਹਨੇ ਆਖਿਆ ਕਿ ਜਦੋਂ ਬੱਚਾ 16 ਸਾਲ ਦਾ ਹੋ ਜਾਂਦਾ ਜੀ ਤਾਂ ਮਾਂ-ਬਾਪ ਦੀ ਜ਼ਿੰਮੇਵਾਰੀ ਕਰੀ ਉਹਦੀ ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਹੋ ਜਾਂਦੀ, ਹਾਂਜੀ ਹਾਂਜੀ ਬਿਲਕੁਲ ਮਾਂ-ਬਾਪ ਦੀ ਜ਼ਿੰਮੇਵਾਰੀ ਉਹਦੇ ਤੇ ਹੋ ਜਾਂਦੀ, ਉਹ ਹਕੂਕ ਜਿਹੜੇ ਨੇ ਉਹ ਔਲਾਦ ਤੇ ਹੋ ਜਾਂਦੇ ਨੇ ਬਿਲਕੁਲ ਜਦੋਂ 16 ਸਾਲ ਦਾ ਜਾਂ 18 ਸਾਲ ਦਾ ਬਾਲਗ ਹੋ ਜਾਂਦਾ ਹੈ। ਬਿਲਕੁਲ ਤੇ ਇਹ ਅਸੀਂ ਤੇ ਉਹ ਐਂਡ ਤੱਕ ਮਾਂ ਪਿਓ ਦੇ ਪਾਉਂਦੇ ਹਾਂ ਸਭ ਕੁਝ, ਬਲਕਿ ਹੁਣ ਤੇ ਬੱਚੇ ਵੀ ਇਸ ਤਰ੍ਹਾਂ ਦੇ ਨੇ ਭਾਜੀ, ਉਹ ਗਿਲਾ ਕਰਦੇ ਨੇ, ਉਹ ਸਮਝਦੇ ਨੇ ਕਿ ਮੇਰੇ ਮਾਂ ਪਿਓ ਨੇ ਪਹਿਲਾਂ ਕਾਰਾਂ ਕੋਠੀਆਂ ਕਿਉਂ ਨਹੀਂ ਲਈਆਂ। ਹਾਂ ਮੇਰੇ ਲਈ ਦਿੱਤਾ ਕੀ ਹੈ ਮੈਨੂੰ, ਮੇਰੇ ਲਈ ਕੀਤਾ ਕੀ ਹੈ। ਆਹੋ ਤਾਂ ਉਹਨਾਂ ਨੂੰ ਤੇ ਇਹ ਗਿਲਾ ਹੈ ਕਿ ਇਹਨਾਂ ਕਾਰਾਂ ਕੋਠੀਆਂ ਕਿਉਂ ਨਹੀਂ ਲਈਆਂ। ਉਹ ਬੇਵਕੂਫ ਤੇ ਪੁੱਤਰਾ ਆਪਣੀ ਸੀਹਤ ਦੇ ਮੁਤਾਬਕ ਸਭ ਕੁਝ ਤੇ ਕੁਰਬਾਨ ਕਰਦਾ ਰਿਹਾ, ਬਿਲਕੁਲ ਆਪਣੀ ਜਵਾਨੀ ਉਹਨੇ ਤੇ ਖਤਮ ਕਰ ਦਿੱਤੀ ਹੈ, ਬਿਲਕੁਲ ਆਪਣੇ ਉਹਨੇ ਆਪਣੀ ਸਾਸੀਅਤ ਖਤਮ ਕਰ ਦਿੱਤੀ ਹੈ, ਆਪਣੀ ਉਹਨੇ ਯਾਸ਼ੀ ਖਰਾਬ ਕਰਿਆ ਕਿ ਯਾਰ ਜ਼ਿੰਦਗੀ ਦਾ ਮਜ਼ਾ ਖਰਾਬ ਕਰਦੇ ਆ ਬਿਲਕੁਲ ਤੇਰੇ ਪਿੱਛੇ। ਉਹ ਕਈ ਵਾਰੀ ਉਹ ਹੋਇਆ ਹੈ ਜੀ, ਕੋਈ ਚੀਜ਼ ਖਾਣ ਲੱਗੀ ਹੈ ਨਾ ਤੇ ਉਹ ਸਮਝੀਦਾ ਉਹ ਯਾਰ ਆਪ ਹੀ ਖਾ ਕੇ ਕੀ ਲੈਣਾ, ਚਲੋ ਇਹਨੂੰ ਘਰ ਦੇ ਬੱਚੇ ਵਾਸਤੇ ਲੈ ਚੱਲਣਾ। ਬਿਲਕੁਲ ਯਾਰ ਜ਼ਿੰਦਗੀ ਦਾ ਮਜ਼ਾ ਜਿਹੜਾ ਨਾ ਆਪਣਾ ਸਾਰਾ ਕੁਰਬਾਨ ਕਰ ਦੇਵੇ, ਜਿਹੜੇ ਤੋਂ ਬੱਚੇ ਗਿਲਾ ਕਰਦੇ ਨੇ ਬੈਗ ਵਿੱਚ ਕਹਿੰਦੇ ਇਹਨੇ ਕੋਠੀਆਂ ਕਿਉਂ ਨਹੀਂ ਲਈਆਂ, ਇਹਨੇ ਕਾਰਾਂ ਕਿਉਂ ਨਹੀਂ ਬਣਾਈਆਂ, ਇਹਨੇ ਜਨਾਬ ਮੈਨੂੰ ਮੋਬਾਈਲ ਹੁੰਦਾ ਮੇਰੇ ਕੋਲ ਕਾਰ ਹੁੰਦੀ, ਮੇਰੇ ਕੋਲ ਬੈਂਕ ਬੈਲੈਂਸ ਹੁੰਦਾ, ਬੁੱਝੇ ਮੇਰੇ ਨੋਟ ਹੁੰਦੇ ਤਾਂ ਫੇਰ ਅੱਬਾ ਸੀ। ਹਾਂ ਫੇਰ ਮੇਰਾ ਬਸ ਤੇ ਇੰਝ ਤੇ ਨਹੀਂ ਨਾ ਹੁੰਦਾ ਨਾ ਜੀ, ਉਹ ਜੋ ਆਪਣੀ ਸੀਹਤ ਦੇ ਮੁਤਾਬਕ ਅਗਰ ਉਹ ਤੈਨੂੰ ਨਾ ਕਰਦਾ ਤੇ ਤੂੰ ਕੀ ਸੀ। ਜਾਂ ਫਿਰ ਅੱਗੋਂ ਪਤਾ ਲੱਗ ਜਾਏਗਾ ਵੀ ਤੂੰ ਆਪਣੀ ਔਲਾਦ ਲਈ ਕੀ ਕਰਕੇ ਜਾਣਾ। ਹਾਂ ਚਲੋ ਇਹ ਜਿਹੜਾ ਤੂੰ ਗਿਲਾ ਮਾਂ ਪਿਓ ਦੇ ਕਰਨਾ ਉਹ ਆਪ ਹੀ ਆ, ਉਹ ਪ੍ਰੈਕਟਿਸ ਹੋ ਜਾਏਗੀ। ਆਹ ਐਕਸਰਸਾਈਜ਼ ਆਪ ਹੀ ਕਰ, ਹਾਂ ਸਮਝ ਆ ਜਾਂਦੀ ਹੈ ਕੀ ਕਰਨਾ ਤੂੰ ਭਾਈ, ਆਪੇ ਸਮਝ ਆ ਜਾਏਗੀ। ਬਿਲਕੁਲ ਖੁਦਾ ਦਾ ਖੌਫ ਉੱਡ ਗਿਆ, ਖੁਦਾ ਦਾ ਖੌਫ ਉੱਡ ਗਿਆ, ਅਸਲ 'ਚ ਆ ਦੀਨ ਤੋਂ ਦੂਰ ਹੋ ਗਏ ਅਸੀਂ, ਜੀ ਦੀਨ ਤੋਂ ਦੂਰ ਹੋ ਗਏ। ਉਹ ਅੱਛਾ ਉਹ ਸਾਹਿਲ ਦੀਨ ਜਿਹੜਾ ਹੈ ਨਾ ਜੀ ਉਹ ਠੀਕ ਹੁੰਦਾ ਪਿਆ, ਜੀ ਉਹਦੀਆਂ ਬੜੀਆਂ ਸਹੀ ਹਾਂ ਗੱਲਾਂ ਉਹ ਇਹ ਗੱਲ ਠੀਕ ਉਹਦੀ ਕਿ ਮਾਂ ਪਿਓ ਦੀ ਜ਼ਿੰਮੇਵਾਰੀ ਜਦੋਂ ਉਹ ਆਪਣਾ ਹੱਕ ਅਦਾ ਕਰ ਬੈਠਾ, ਤੂੰ ਉੱਡਣ ਜੋ ਹੋ ਗਿਆ, ਠੀਕ ਹੋ ਗਿਆ ਮਾਮਲਾ, ਤੇ ਤੂੰ ਕਰ ਵਧੀਆ ਲੱਗਦੀਆਂ ਲੋਕਾਂ ਨੂੰ ਕੌੜੀਆਂ ਨੇ, ਉਹਦੀ ਬੜੀ ਖਰੀਆਂ ਗੱਲਾਂ ਕਰਦਾ ਗੱਲਾਂ ਗੜੀਆਂ ਕਹਿੰਦੇ ਨੇ ਉਹ ਵੀ ਲਾਂਚ ਹੋਇਆ ਹੀ ਆਇਆ ਇੱਕ ਉਹ ਇਹ ਨੇ ਵੱਖੋ ਵੱਖ ਕੋਈ ਰੱਖ ਕੇ ਤੇ ਸਾਡੇ ਦੀਨ ਵਿੱਚ ਆਏ ਖਲਣ ਪਾਲੀ ਆਏ ਨੇ, ਹਾਂਜੀ ਕੋਈ ਨਾ ਕੋਈ ਨੁਕਤਾ ਜੀ ਨਹੀਂ ਕਰਦੇ ਰਹਿੰਦੇ ਨੇ। ਅੱਛਾ ਹਾਂ ਤੁਸੀਂ ਇਹਨਾਂ ਨੂੰ ਸਮਝੋਗੇ ਐ ਬਿਲਕੁਲ ਆ ਸਾਦਾ ਲੋਕ ਨੇ, ਨਹੀਂ ਮੈਂ ਐ ਏਦਾਂ ਨਹੀਂ ਹੁੰਦਾ। ਮਿਸ਼ਨ ਨੇ ਇਹਨਾਂ ਦੇ। ਹਾਂ, ਕੁਝ ਗੱਲਾਂ ਠੀਕ ਕਰਦਾ। ਹਾਂ, ਗੱਲਾਂ ਠੀਕ ਕਰਨ ਦੇ ਤੇ ਕੋਈ ਲੋਕਾਂ ਨੂੰ ਤਮਾਚ ਲੈਣਗੇ ਨਾ, ਜੇ ਸਾਰੀਆਂ ਹੀ ਆਪਣੀਆਂ ਹੀ ਮਨਾਉਣ ਹਾਂ ਤਾਂ ਫੇਰ ਤੇ ਨਹੀਂ ਨਾ, ਕੁਝ ਗੱਲਾਂ ਉਹਨੇ ਐਸੇ ਕਰਨੀ ਜਿਹੜੀ ਦੁਨੀਆ ਦੇ ਨਾਲ ਰਲਦਾ ਮਿਲਦਾ ਮਾਮਲਾ। ਕਾਫੀ ਲੋਕ ਵੀ ਹੈ ਨੇ ਜਿਹੜੇ ਇਸ ਚੀਜ਼ ਤੇ ਰਿਸਰਚ ਕਰਦੇ ਨੇ ਪਏ, ਕੈਮਰੇ ਰੱਖੇ ਨੇ, ਉਹਨਾਂ ਜਿਹਨੇ ਸੋਚ ਰਹੇ ਨੇ ਕਿ ਇਹ ਕਿਉਂ ਤੇ ਕੀ ਹੈ। ਨਹੀਂ ਹੈ ਵੀ ਇਹ, ਹਾਂ ਇਹਦੇ ਪਿੱਛੇ ਬੈਕ ਤੇ ਮਿਸ਼ਨ ਕੀ ਹੈ। ਹਾਂ ਮਿਸ਼ਨ ਤੇ ਹੁੰਦੇ ਨੇ, ਮਿਸ਼ਨ ਤੇ ਹੁੰਦੇ ਨੇ। ਉਹ ਆਪ ਹੀ ਦੱਸ ਮੈਂ ਕਿਉਂ ਆਇਆ ਤੂੰ ਤੇ ਫਿਰ ਜਿਹੜਾ ਆਇਆ ਹੋਵੇ। ਔਰ ਜਿਵੇਂ ਉਹ ਜ਼ਾਲਮੀ ਆਇਆ, ਹਾਂ ਹਾਂਜੀ ਜੇਲਮੀ, ਆਹੋ ਅੱਜ ਕੱਲ ਕੁਝ ਮੱਠਾ ਪੈ ਗਿਆ ਜ਼ਾਲਮੀ। ਇੱਕ ਹੋਰ ਹੈ ਇੱਕ ਆਉਂਦਾ ਉਹ ਜਿਹੜਾ ਉਹ ਕਦੀ ਸ਼ੀਆਂ ਨੂੰ ਚੁੱਕੀ ਫਿਰਦਾ ਤੇ ਕਦੀ ਸੁਨੀਆਂ ਨੂੰ ਚੁੱਕੀ ਫਿਰਦਾ। ਉਹ ਬੁੱਢਾ ਇੱਕ ਉਹਨਾਂ ਦਾ ਵੀ ਇੱਕ ਉਹ ਮੰਨਦੇ ਨੇ ਕਿਸੇ ਹੋਰ ਸ਼ੇਰ ਭੋ ਕੀ ਇਸ ਤਰ੍ਹਾਂ ਦਾ ਕੋਈ ਮੰਨਦੇ ਨੇ, ਮਤਲਬ ਉਲਟਾ ਜਿਹਾ ਹੀ ਉਹਨਾਂ ਦਾ ਵੀ। ਉਹ ਸਿਰੋਂ ਬਿਲਕੁਲ ਬਿਲਕੁਲ ਗੰਜਾ ਬੁੱਢਾ, ਆਹੋ ਜ਼ਾਲਮਨ ਲੰਦਰ ਬੈਠਾ ਹੁੰਦਾ, ਔਰ ਕਿਤੇ ਬੈਠਾ ਹੁੰਦਾ। ਉਹ ਵੀ ਕਦੀ ਉਹ ਹਜ਼ਰਤ ਅਲੀ ਦੀ ਤਾਰੀਫ ਸ਼ੁਰੂ ਕਰ ਦਿੰਦਾ। ਉਹ ਅੰਦਾਜ਼ਾ ਕਰੋ ਨਬੀ ਤੋਂ ਬਾਅਦ ਉਹ ਮੰਨਦੇ ਨੇ ਉਹਨੂੰ। ਜੀ ਜੀ ਤੇ ਵੇਖ ਲਓ ਉਹ ਕੀ ਨਿਕਲਿਆ, ਲੇਕਿਨ ਜੋ ਕੁਝ ਕਰਦਾ ਸੀ ਤੇ ਇੰਝ ਲੱਗਦਾ ਸੀ ਮੋਤੀਪੁਰ ਖਿਲਾਫ। ਆਹੋ ਉਹ ਵੀ ਮਿਸ਼ਨ ਤੇ ਸੀ, ਲੋਕੀ ਮਿਸ਼ਨ ਲੈ ਕੇ ਆਉਂਦੇ ਨੇ ਬਕਾਇਦਾ। ਕੋਈ ਅਸਲ 'ਚ ਭਾਜੀ ਵਜ੍ਹਾ ਪਤਾ ਕੀ ਹੈ, ਕੋਈ ਉਹਨਾਂ ਗੋਰਿਆਂ ਦੀ ਅਸਲ 'ਚ ਕਿ ਸਭ ਤੋਂ ਹੁਣ ਵੀ ਦੱਸਦੇ ਨੇ ਕਿ ਨਹੀਂ ਇੰਝ ਨਹੀਂ, ਜੀ ਤੇ ਹੁਣ ਇਹ ਜਿਹੜਾ ਬੁੱਧ ਮਾਤੇ ਨਾ ਜੀ ਇਹ ਜ਼ਿਆਦਾ ਤਰੱਕੀ ਕਰ ਰਿਹਾ, ਜੀ ਉਹ ਜ਼ਿਆਦਾ ਗਰੋਥ ਕਰ ਰਿਹਾ। ਜੀ ਨਹੀਂ ਤੇ ਪਹਿਲੇ ਇਹ ਸੀ ਕਿ ਪਹਿਲੇ ਨੰਬਰ ਤੇ ਇਸਲਾਮ ਹੈ ਜੀ ਕਿ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਨਾ ਫੈਲ ਰਿਹਾ। ਜੀ ਇਹਨੂੰ ਰੋਕਣ ਵਾਸਤੇ ਆ ਜਿੰਨੇ ਹਥਿਆਰ ਨੇ ਨਾ, ਜੀ ਇਹਨੂੰ ਰੋਕਣ ਵਾਸਤੇ ਉਹ ਸਾਰਿਆਂ ਉਹਨਾਂ ਕੱਢੇ ਨੇ। ਸਹੀ ਮਿਰਜ਼ਾ ਇਸੇ ਵਾਸਤੇ ਆਇਆ ਸੀ, ਆ ਜਿੰਨੇ ਫਿਤਨੇ ਨੇ ਨਾ, ਜਿੰਨੇ ਵੀ ਫਿਤਨੇ ਨੇ, ਹਾਂ ਤੋ ਜਦੋਂ ਉਹ ਹਦੀਸ ਪੜ੍ਹਨੇ ਨਾ ਫਿਤਨੇ ਵਾਲੀ, ਹਾਂ ਤੂੰ ਹੁਣ ਪਤਾ ਲੱਗ ਜਾ ਜਿਵੇਂ ਇਹਦੇ ਦਸਤਰ ਵਿੱਚ ਇਹੋ ਹੀ ਨੇ ਨਾ
ਜਿਵੇਂ ਸਾਡੀ ਤੇ ਇੰਨੀ ਕੁ ਤਾਕਤ ਹੀ ਨਾ ਇਸ ਤੋਂ ਪਹਿਲਾਂ ਵੀ ਆਉਂਦੇ ਰਹੇ ਨੇ ਮੁਆਸ਼ਰੇ ਉਹ ਹੋਏ ਜਿਹੜੇ ਨਹੀਂ ਜਿਹੜੇ ਨਬੀਆਂ ਦੇ ਦਾਅਵੇ ਕਰਦੇ ਨੇ ਉਹ ਕੌਣ ਸਨ? ਮੀਡੀਆ ਦੇ ਦੌਰ ਤੋਂ ਪਹਿਲੇ ਵੀ ਆਉਂਦੇ ਰਹੇ ਨੇ। ਆਹੋ ਉਹ ਤਾਂ ਜਿਹੜਾ ਏਡਾ ਸਰੇਆਮ ਨਹੀਂ ਸੀ, ਹੁਣ ਤੇ ਵੇਖੋ ਨਾ ਗਲੋਬਲ ਵਿਲੇਜ। ਹਾਂ ਅੱਛਾ, ਤੇ ਉਹ ਬੜੇ ਦਾਅਵੇ ਕਰ ਕਰਕੇ ਤੇ ਫਿਰ ਉਹ ਨੱਕ ਸਾਬਤ ਹੋ ਜਾਂਦੇ ਨੇ, ਫਿਰ ਉਹ ਮੁਆਸ਼ਰਾ ਆਪਣੇ ਹਿਸਾਬ ਨਾਲ ਕੇ ਚੱਲ ਰਿਹਾ ਹੁੰਦਾ। ਉਹ ਫਿਰ ਕੋਈ ਨਵਾਂ ਆ ਜਾਂਦਾ ਹੋਰ। ਜਦੋਂ ਉਹਦੀ ਸਮਝ ਆਉਂਦੀ ਹੈ ਨਾ, ਪਹਿਲਾਂ ਤੇ ਉਹ ਕੋਈ 4 ਬੰਦੇ ਕਾਲ ਕਰ ਲੈਂਦੇ ਨੇ। ਜੀ ਅੱਛਾ ਤੁਸੀਂ ਉਹ ਜਿਹੜਾ ਉਹ ਆਇਆ ਸੀ, ਉਹ ਆਪਣਾ ਉਹ ਮਹਿੰਦੀ ਜੀ, ਕਿੱਥੇ ਜੀ ਆਜੋ? ਉਹ ਜਿਹੜਾ ਕਾਬੇ ਸ਼ਰੀਫ ਚ ਵੜਿਆ ਸੀ। ਉਹ ਆਇਆ ਮਹਿੰਦੀ ਨਹੀਂ ਸੀ, ਕਿਆਮਤ ਆ ਗਈ ਤੇ ਉਹ ਆ ਗਿਆ। ਆ ਹੁਣ ਬਣਿਆ ਮਾਂ ਮਹਿੰਦੀ। ਉਹ ਕੁਝ ਝੂਠੀਆਂ ਖਬਰਾਂ ਵੀ ਮੀਡੀਆ ਬਖੀਰ ਹੀ, ਝੂਠ ਵਿੱਚ ਵੀ ਮੀਡੀਆ ਖੀਰ ਹੀ ਕਰਦਾ, ਇੰਜੀ ਕੋਲੇ ਖਬਰਾਂ ਲਾਈ ਜਾਂਦਾ। ਨਹੀਂ ਆ ਮਾਂ ਮਹਿੰਦੀ ਹੁਣ ਨਹੀਂ ਬਣਿਆ, ਜਿਹੜਾ ਆਂਦਾ ਸੀ ਕਿਆਮਤ ਆਉਣ ਵਾਲੀ ਆ 20 ਤਰੀਕ ਨੂੰ। ਆਹੋ ਆਹੋ, ਇੱਕ ਬੰਦਾ ਆਇਆ ਸੀ ਸੱਚੇ, ਉਹ ਇੱਕ ਬਣਿਆ ਸੀ ਬਈ, ਉਹ ਇੱਕ ਉਹਦਾ ਵਰਕਰ ਸੀ, ਵੀ ਤੁਸੀਂ ਤਸਲੀਮ ਕਰ ਲਓ ਇਹਨੂੰ ਆਮ ਮਹਿੰਦੀ। ਆਹੋ ਇੰਜੀ ਆਹੋ, ਕਿਹੜੇ ਕਿਹੜੇ ਵਰਕਰ ਸੀ ਨਾ, ਬੁੱਢੀਆਂ ਦਾੜੀਆਂ ਬੁੱਢੀਆਂ ਤੇ ਉਹਦੀ ਵੱਖਰੀ ਕਰਦੇ ਹਨ। ਉਹਦੀ ਕੀ ਆਂਦੇ ਨੇ ਰੂਨਮਾਈ, ਤੇ ਉਹ ਬੰਦੇ ਵੱਖਰੇ, ਉਹ ਦਾੜੀਆਂ ਵਾਲੇ ਡੇੜੇ ਤੇ ਹਦੀਸਾਂ ਪੜ੍ਹਦੇ, ਆਇਤਾਂ ਪੜ੍ਹਦੇ। ਤੇ ਇਹ ਬਾਅਦ ਚ ਫਿਰ ਜਦੋਂ ਇੱਕ ਵਾਰੀ ਮਸ਼ਹੂਰ ਹੁੰਦੇ ਤੇ ਫਿਰ ਬਹੁਤ ਹੋ ਜਾਂਦੇ ਨੇ, ਫਿਰ ਕਿੱਥੇ ਟੁੱਟ ਜਾਂਦੇ ਨੇ। ਨਹੀਂ ਸਾਡੀ ਅਸਲ ਐਸੇ ਤਰ੍ਹਾਂ ਉਹ ਪਹਿਲਾਂ ਕਾਬੂ ਨਹੀਂ ਕਰਦੇ, ਜਦੋਂ ਇੰਤਹਾਈ ਪਾਣੀ ਸਿਰ ਤੋਂ ਲੰਘ ਜਾਂਦਾ ਉਦੋਂ ਉਹਨੂੰ ਫੜਦੇ ਨੇ। ਸਹੀ। ਪਹਿਲਾਂ ਵੇਖ ਲਓ ਉਹਦੇ ਉਹ ਪੈਰੋਕਾਰ ਕਿਸ ਤਰ੍ਹਾਂ ਵੱਧਦੇ ਹਨ ਵੇ, ਉਹਦੇ ਉਹ ਜਨਾਬ ਵਾਲਾ ਉਹਨੂੰ ਉਹਦੀ ਉਹ ਮਸ਼ਹੂਰੀ ਕਰ ਲਈ। ਕਿੰਨੇ ਲੋਕ ਆਉਂਦੇ ਹਨ ਮੀਡੀਆ ਤੇ, ਐਡੀ ਐਡੀ ਦਾੜੀ ਰੱਖੀ, ਆਤਾਂ ਪੜ੍ਹਨੀਆਂ ਤੇ ਉਹਨਾਂ ਹਵਾਲੇ ਦੇਣੇ ਤੇ ਕੁਹਾਲ ਕਰਨਾ। ਤਾਂ ਅੱਜ ਕਿੱਥੇ ਜੇ ਕੋਈ ਵੀ ਨਹੀਂ, ਬੁੜੀਆਂ ਆਉਂਦੀਆਂ ਹਨ। ਅੱਛਾ, ਇਸਲਾਮ ਦਾ ਨਾਂ ਲੈ ਕੇ ਤੇ ਆਪਣੇ ਨੰਬਰ ਉਤਾ ਟੰਗ ਟੂਕ ਕੇ ਬਾਅਦ ਚ ਫਿਰ ਅਗਲਾ ਗੈਪ ਹੋ ਜਾਂਦਾ, ਨਵਾਂ ਆ ਜਾਂਦਾ ਫਰੰਟ ਦੇ ਪੇਜ ਤੇ। ਲੋ ਜੀ ਮੈਂ ਮਤਲਬ ਨਵਾਂ ਗਰਮ ਮਸਾਲਾ ਪਾ ਕੇ ਆਂਦਾ। ਨਹੀਂ ਉਹ ਪਿਛਲੀ ਕਰਦੇ ਨੇ, ਉਹ ਜਿਹੜਾ ਮਾਈ ਬਾਪ ਨਹੀਂ ਰਹਿੰਦਾ ਉਹ ਹੀ ਕਰਦੇ ਨੇ। ਇਸ ਲਈ ਕਿ ਚਲੋ ਇਹ ਨਕਾਮ ਹੋ ਗਿਆ, ਇਹਨੂੰ ਸੁੱਟੋ ਹੁਣ, ਮੈਦਾਨ ਵਿੱਚ ਸੁੱਟੋ। ਉਹ ਆ ਜਾਂਦੇ ਵਾਰੋ ਵਾਰੀ ਆਣ ਕੇ ਤੇ ਖਰਾਬੀ ਕਰਦੇ ਨੇ, ਜੋ ਨਾਕਸ ਦੇਣ ਜਿਹੜੇ ਨੇ ਉਹ ਪਿੱਛੇ ਲੱਗ ਜਾਂਦੇ ਨੇ। ਸਹੀ। ਤੇ ਮਨ ਕਮਜ਼ੋਰ ਹੈ ਸਾਡਾ। ਹਾਂਜੀ। ਅੱਛਾ ਹੁਣ ਤੁਸੀਂ ਇਹ ਮੈਨੂੰ ਗੱਲ ਦੱਸੋ, ਜਾਓ ਸਾਰੇ ਬੱਚਿਆਂ ਕੋਲ ਇਹ ਪੁੱਛ ਲਓ, ਕਾਇਦ ਆਜ਼ਮ ਦਾ ਨਹੀਂ ਪਤਾ ਕਿ ਕਾਇਦ ਆਜ਼ਮ ਕੌਣ ਹੈ? ਅੱਜ ਜਿਹਨੇ ਤੁਹਾਡੇ ਇੰਗਲਿਸ਼ ਮੀਡੀਅਮ ਪੜ੍ਹਦੇ ਨੇ, ਉਹ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਵੀ ਲਾਮਾ ਇਕਬਾਲ ਕੌਣ ਹੈ? ਆਨਾ ਦੇ ਵੇਖੋ ਨਾ, ਜਿਹੜੀ ਬੇਸਿਕ ਚੀਜ਼ਾਂ ਨਾ ਉਹ ਇਹਨਾਂ ਨੂੰ ਭੁਲਾ ਦਿੱਤੀਆਂ ਜਾਣ। ਰਾਜੀ ਆ ਇਹਨਾਂ ਨੂੰ ਇਸਲਾਮ ਦੀਆਂ ਵੀ ਜਿਹੜੀਆਂ ਮੇਨ ਚੀਜ਼ਾਂ ਨੇ ਇਹਨਾਂ ਦੇ ਦੀਨ ਧਰਮ ਦੀਆਂ, ਉਹ ਵੀ ਵਿੱਚੋਂ ਲੈਸ ਕਰਵਾਈਆਂ ਜਾਣ। ਅੰਗਰੇਜ਼ ਆਇਆ ਸੀ ਤੇ ਉਹਨੇ ਨਾਮ ਤਲੀਮ ਦਿੱਤਾ, ਅੰਗਰੇਜ਼ੀ ਦਾ ਵਿੱਚ ਪਾ ਦਿੱਤਾ ਸੀ ਉਹਨੇ ਕਿ ਨਾ ਤੁਹਾਨੂੰ ਆਏ ਤੇ ਨਾ ਤੁਸੀਂ ਮਰਦੇ ਫਿਰੋ ਸਾਰੀ ਉਮਰ ਕੱਢ ਦਿਓ। ਇਸੇ ਸ਼ੇਖ ਜੀ ਮਰ ਜਾਵੇ, ਸਾਨੂੰ ਅੰਗਰੇਜ਼ੀ ਆਉਂਦੀ ਹੈ। ਆਉਂਦੀ ਭਾਵੇਂ ਨਾ ਹੋਵੇ, ਉਹਨੇ ਉਹ ਸਬਜੈਕਟ ਵਿੱਚ ਪਾ ਦਿੱਤਾ। ਅਲੱਗ ਸਾਡਾ ਅੰਗਰੇਜ਼ੀ ਨਾਲ ਕੀ ਲੈਂਦੇ ਨੇ ਬਈ? ਸਾਡੀ ਕੌਮੀ ਜ਼ਬਾਨ ਹੋਣੀ ਚਾਹੀਦੀ ਹੈ, ਅਦਾਲਤੀ ਨਿਜ਼ਾਮ ਨੂੰ ਕੌਮੀ ਜ਼ਬਾਨ 'ਤੇ ਹੋਣਾ ਚਾਹੀਦਾ ਹੈ, ਇਹ ਆਪਣਾ ਦਫ਼ਤਰੀ ਨਿਜ਼ਾਮ ਵੀ ਕੌਮੀ ਜ਼ਬਾਨ 'ਤੇ ਹੋਣਾ ਚਾਹੀਦਾ ਹੈ। ਤੇ ਦੱਸੋ ਉੱਥੇ ਅੰਗਰੇਜ਼ੀ ਧਰ ਛੜੀ ਹੈ। ਉਹ ਜਿਹੜੇ ਮੁਕੱਦਮੇ ਲੜਨ ਜਾਂਦੇ ਨੇ ਉਹਨਾਂ ਨੂੰ ਵਕੀਲ ਕਰਨਾ ਪੈਂਦਾ, ਕੀ ਹੈ ਅੰਗਰੇਜ਼ੀ ਨਹੀਂ ਆਉਂਦੀ ਸਾਨੂੰ। ਬਿਲਕੁਲ, ਉੱਥੇ ਪੈਸੇ ਦਿਓ। ਦੇਖ ਲਓ ਤੁਸੀਂ ਹਿਸਾਬ ਅੰਦਾਜ਼ਾ ਕਰੋ। ਤੇ ਜੱਜ ਵੀ ਮਜਬੂਰ ਬੈਠਾ, ਉਹ ਵੀ ਅੰਗਰੇਜ਼ੀ ਵਿੱਚ ਹੀ ਜਵਾਬ ਸਵਾਲ ਕਰਦਾ। ਤੇ ਅੱਛਾ ਤਲੀਮੀ ਮਜ਼ਾਰ ਕੀ ਸਾਡਾ ਤੁਹਾਡਾ ਇੱਥੇ? ਤਲੀਮ ਤੇ ਹੁਣ ਕੋਈ ਨਹੀਂ ਰਹਿ ਗਈ। ਨਹੀਂ ਤਲੀਮੀ ਮਜ਼ਾਰ ਤੁਹਾਡਾ ਇਹ ਵੇ ਕਿ ਜਿਸ ਦਫ਼ਤਰ 'ਚ ਕੋਈ ਬੈਠਾ ਹੈ, ਜਿਸ ਤਰ੍ਹਾਂ ਦਾ ਕੋਈ ਅਫਸਰ ਹੈ, ਜਿਸ ਸੀਟ 'ਤੇ ਬੈਠਾ ਹੈ, ਜਿਹਦਾ ਉਹ ਜਿੰਨੇ ਵੀ ਉਹਦੇ ਕਲੀਗ ਨੇ, ਜਿਹਨੇ